Hello everyone, this is Sakshi Agarwal from Malerkotla. I welcome you all on ਮਿਹਨਤੀ ਬੱਚੇ. I hope you all are doing well. ਤੁਸੀਂ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਬਹੁਤ ਵਧੀਆ ਢੰਗ ਨਾਲ ਰੱਖ ਰਹੇ ਹੋਗੇ. ਸੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਕੁਝ ਹੋਰ ਇੰਪੋਰਟੈਂਟ ਗਵਰਨਮੈਂਟ ਸਕੀਮਸ ਦੇ ਬਾਰੇ ਪੜਾਂਗੇ. ਇਹ ਪਾਰਟ 2 ਹੈ. ਇਸ ਤੋਂ ਪਹਿਲਾਂ ਇੱਕ ਹੋਰ ਪਾਰਟ ਵੀ ਅਪਲੋਡ ਹੋ ਚੁੱਕਾ ਹੈ ਜਿਹਦੇ ਵਿੱਚ ਆਪਾਂ 5 ਗਵਰਨਮੈਂਟ ਸਕੀਮਸ ਦੇ ਬਾਰੇ ਪੜ੍ਹਿਆ ਸੀ. ਸੋ ਜਿਹੜੀ ਇਹ ਵੀਡੀਓ ਹੈ ਉਹ PPSC ਪ੍ਰਿੰਸੀਪਲ ਹੈਡਮਾਸਟਰ BPO ਐਗਜ਼ਾਮ ਲਈ ਕਾਫੀ ਇੰਪੋਰਟੈਂਟ ਹੈ. ਸੋ ਜੋ ਵੀ ਸਟੂਡੈਂਟਸ ਨੇ ਇਹ ਵਾਲਾ ਐਗਜ਼ਾਮ ਦੇਣਾ ਹੈ ਉਹ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣ. ਸੋ ਇਸ ਐਗਜ਼ਾਮ ਨਾਲ ਰਿਲੇਟਿਡ ਕਾਫੀ ਸਾਰਾ ਮਟੀਰੀਅਲ ਵੀ ਮਿਲ ਜੂ ਤੁਹਾਨੂੰ ਚੈਨਲ ਉੱਪਰ, ਜਿਵੇਂ ਕਿ ਇਹਦੀ ਟੈਸਟ ਸੀਰੀਜ਼ ਵੀ ਲਾਂਚ ਹੋ ਚੁੱਕੀ ਹੈ. ਓਕੇ, ਇਹ ਜਿਹੜੀ ਵੀਡੀਓ ਹੈ ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਮਿਲ ਜੂ, ਉੱਥੇ ਜਾ ਕੇ ਤੁਸੀਂ ਫੁੱਲ ਡਿਟੇਲਸ ਦੇਖ ਸਕਦੇ ਹੋ. ਅਤੇ ਟੈਸਟ ਸੀਰੀਜ਼ ਦੇ ਬਾਰੇ ਹੋਰ ਡਿਟੇਲਸ ਲੈਣ ਲਈ ਤੁਸੀਂ 8054070091 'ਤੇ WhatsApp ਜਾਂ ਟੈਕਸਟ ਕਰ ਸਕਦੇ ਹੋ, ਜਾਂ ਫਿਰ mehnatibachcha@gmail.com ਦੇ ਉੱਪਰ ਈਮੇਲ ਕਰ ਸਕਦੇ ਹੋ. ਇਸ ਤੋਂ ਇਲਾਵਾ ਤੁਹਾਨੂੰ ਚੈਨਲ ਉੱਪਰ ਵੀਡੀਓਜ਼ ਵੀ ਮਿਲ ਜਾਣਗੇ ਅਲੱਗ-ਅਲੱਗ ਸਬਜੈਕਟਸ ਨਾਲ ਰਿਲੇਟਿਡ. ਫੋਰ ਐਗਜ਼ਾਮਪਲ ਰੀਜ਼ਨਿੰਗ, ਇੰਗਲਿਸ਼, ਪੋਲਿਟੀ, ਮਾਡਰਨ ਹਿਸਟਰੀ, ਓਕੇ, ਦੈਨ ਇਨਵਾਇਰਮੈਂਟ, ਦੈਨ ਇਹ ਐਗਜ਼ਾਮ ਲਈ ਤੁਸੀਂ ਪ੍ਰੈਪਰੇਸ਼ਨ ਕਿਵੇਂ ਕਰ ਸਕਦੇ ਹੋ, ਸਾਰਾ ਮਟੀਰੀਅਲ ਅਵੇਲੇਬਲ ਹੈ. ਸੋ ਵਿਦਆਊਟ ਵੇਸਟਿੰਗ ਐਨੀ ਟਾਈਮ ਸਟਾਰਟ ਕਰਦੇ ਹਾਂ ਅੱਜ ਦੀ ਡਿਸਕਸ਼ਨ. ਸਭ ਤੋਂ ਪਹਿਲਾਂ ਪੋਸ਼ਣ ਅਭਿਆਨ. ਪੋਸ਼ਣ ਅਭਿਆਨ ਨੂੰ ਨੈਸ਼ਨਲ ਨਿਊਟ੍ਰੀਸ਼ਨ ਮਿਸ਼ਨ ਵੀ ਬੋਲਦੇ ਹਾਂ ਅਤੇ ਇਹਨੂੰ March 8, 2018 ਦੇ ਵਿੱਚ ਲਾਂਚ ਕੀਤਾ ਗਿਆ. ਇਹਦਾ ਮੇਨ ਟਾਰਗੇਟ ਕੀ ਹੈ? ਸਟੰਟਿੰਗ, ਅੰਡਰ ਨਿਊਟ੍ਰੀਸ਼ਨ, ਅਨੇਮੀਆ, ਦੈਨ ਲੋ ਬਰਥ ਵੇਟ ਨੂੰ ਘਟਾਉਣਾ ਬਾਈ 2%, 2%, 3%, 2%. ਮੀਨਸ ਸਟੰਟਿੰਗ ਨੂੰ 2% ਨਾਲ, ਅੰਡਰ ਨਿਊਟ੍ਰੀਸ਼ਨ ਨੂੰ 2% ਨਾਲ, ਦੈਨ ਅਨੇਮੀਆ 3% ਐਂਡ ਲੋ ਬਰਥ ਵੇਟ ਬਾਈ 2% ਪਰ ਐਨਮ. ਓਕੇ, ਅਤੇ ਇਹਦਾ ਇੱਕ ਹੋਰ ਟਾਰਗੇਟ ਕੀ ਹੈ ਕਿ ਜਿਹੜਾ ਸਟੰਟਿੰਗ ਹੈ ਉਹ ਬੱਚਿਆਂ ਦੇ ਵਿੱਚ ਜਿਹੜੇ ਕਿ 0 to 6 ਈਅਰ ਏਜ ਗਰੁੱਪ ਨੂੰ ਬਿਲੋਂਗ ਕਰਦੇ ਹੈ, ਸਟੰਟਿੰਗ ਨੂੰ 38.4% ਤੋਂ 25% ਤੱਕ ਲੈ ਕੇ ਆਉਣਾ ਹੈ 2022 ਤੱਕ. ਦੈਨ ਪੋਸ਼ਣ ਅਭਿਆਨ ਏਮਸ ਟੂ ਇਨਸ਼ੋਰ ਸਰਵਿਸ ਡਿਲੀਵਰੀ ਐਂਡ interventions by use of technology, behavior change through convergence and lay down specific target to be achieved across different monitoring parameters. Under the Abhiyan, Swasth Bharat Preraks will be deployed. ਇਹ ਅਭਿਆਨ ਦੇ ਅੰਡਰ ਸਵਾਸਥ ਭਾਰਤ ਪ੍ਰੇਰਕਸ ਨੂੰ ਡਿਪਲੋਏ ਕੀਤਾ ਜਾਊਗਾ in each district for coordinating with district officials and enabling fast and efficient execution of ਅਭਿਆਨ across the country. ਹਰੇਕ ਡਿਸਟ੍ਰਿਕਟ ਦੇ ਵਿੱਚ ਸਵਾਸਥ ਭਾਰਤ ਪ੍ਰੇਰਕ ਨੂੰ ਡਿਪਲੋਏ ਕੀਤਾ ਜਾਊਗਾ, ਠੀਕ ਹੈ, ਜੋ ਕਿ ਕੋਆਰਡੀਨੇਟ ਕਰਨਗੇ ਡਿਸਟ੍ਰਿਕਟ ਆਫੀਸ਼ੀਅਲਸ ਦੇ ਨਾਲ, ਸੋ ਦੈਟ ਜਿਹੜਾ ਇਹ ਅਭਿਆਨ ਆ ਉਹਦੀ ਇੰਪਲੀਮੈਂਟੇਸ਼ਨ ਪ੍ਰੋਪਰ ਤਰੀਕੇ ਦੇ ਨਾਲ ਹੋ ਸਕੇ. ਸਵਾਸਥ ਭਾਰਤ ਪ੍ਰੇਰਕਸ ਵੁੱਡ ਫੰਕਸ਼ਨ ਐਜ਼ ਕੈਟਲਿਸਟ ਫॉर ਫਾਸਟ ਟਰੈਕਿੰਗ ਦਾ ਇੰਪਲੀਮੈਂਟੇਸ਼ਨ ਆਫ ਅਭਿਆਨ. ਕੈਟਲਿਸਟ ਕੀ ਹੁੰਦਾ ਕਿ ਸਪੋਜ਼ ਕੋਈ ਰਿਐਕਸ਼ਨ ਹੋ ਰਿਹਾ, ਅਗਰ ਆਪਾਂ ਕੈਮੀਕਲ ਰਿਐਕਸ਼ਨ ਦੀ ਗੱਲ ਕਰਦੇ ਹਾਂ, ਅਗਰ ਆਪਾਂ ਉਹਦੇ ਵਿੱਚ ਕੈਟਲਿਸਟ ਕੋਈ ਚੀਜ਼ ਐਡ ਕਰ ਦਿੰਦੇ ਹਾਂ ਤਾਂ ਉਹਦੇ ਨਾਲ ਉਹ ਜਿਹੜਾ ਰਿਐਕਸ਼ਨ ਉਹਦੀ ਸਪੀਡ ਇਨਕਰੀਜ਼ ਹੋ ਜਾਂਦੀ ਹੈ ਹੋਣ ਦੀ. ਓਕੇ, ਸੋ ਜਿਹੜੇ ਸਵਾਸਥ ਭਾਰਤ ਪ੍ਰੇਰਕਸ ਆ ਉਹ ਵੀ ਇਹ ਅਭਿਆਨ ਦੇ ਵਿੱਚ ਐਜ਼ ਅ ਕੈਟਲਿਸਟ ਦੀ ਤਰ੍ਹਾਂ ਵਰਕ ਕਰਨਗੇ ਤਾਂ ਕਿ ਪ੍ਰੋਪਰ ਇੰਪਲੀਮੈਂਟੇਸ਼ਨ ਹੋ ਸਕੇ ਅਤੇ ਜਲਦੀ ਤੋਂ ਜਲਦੀ ਇੰਪਲੀਮੈਂਟੇਸ਼ਨ ਹੋ ਸਕੇ. ਦੈਨ ਇਟਸ ਵਿਜ਼ਨ ਇਜ਼ ਟੂ ਇਨਸ਼ੋਰ ਅਟੇਨਮੈਂਟ ਆਫ ਮਾਲ ਨਿਊਟ੍ਰੀਸ਼ਨ ਫ੍ਰੀ ਇੰਡੀਆ. ਅਤੇ ਇਹਦਾ ਇੱਕ ਏਮ ਇਹ ਵੀ ਹੈ ਕਿ ਮਾਲ ਨਿਊਟ੍ਰੀਸ਼ਨ ਫ੍ਰੀ ਇੰਡੀਆ ਬਣਾਉਣਾ ਬਾਈ 2022. ਅਗਰ ਗੱਲ ਕਰੀਏ ਵੀ ਕਿਹੜੀ ਮਿਨਿਸਟਰੀ ਹੈ ਜਿਹੜੀ ਇਹਨੂੰ ਇੰਪਲੀਮੈਂਟ ਕਰੂਗੀ, ਮਿਨਿਸਟਰੀ ਆਫ ਵਿਮਨ ਐਂਡ ਚਾਈਲਡ ਡਿਵੈਲਪਮੈਂਟ. ਓਕੇ, ਦੈਨ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ. ਸੈਕਿੰਡ ਹੈ ਸ਼੍ਰੇਆਸ. ਇਹਦੀ ਫੁੱਲ ਫਾਰਮ ਕੀ ਹੈ? ਸਕੀਮ ਫॉर ਹਾਇਰ ਐਜੂਕੇਸ਼ਨ ਯੂਥ ਇਨ ਅਪ੍ਰੈਂਟਿਸਸ਼ਿਪ ਐਂਡ ਸਕਿੱਲਸ. ਓਕੇ, ਇਹਦੀ ਤੁਸੀਂ ਫੁੱਲ ਫਾਰਮ ਜ਼ਰੂਰ ਯਾਦ ਰੱਖਿਓ. ਸ਼੍ਰੇਆਸ ਇਜ਼ ਅ ਸੈਂਟਰਲ ਗਵਰਨਮੈਂਟ ਸਕੀਮ ਫॉर ਪ੍ਰੋਵਾਈਡਿੰਗ ਇੰਡਸਟਰੀ apprenticeship opportunities to journal graduates existing in April 2019 through National Apprenticeship Promotion Schemes, that is NAPS. Basically ਇਹਦੇ ਵਿੱਚ ਕੀ ਹੈ, ਇਹ ਸੈਂਟਰਲ ਗਵਰਨਮੈਂਟ ਦੀ ਇੱਕ ਸਕੀਮ ਹੈ ਤਾਂ ਕਿ ਇੰਡਸਟਰੀ ਅਪ੍ਰੈਂਟਿਸਸ਼ਿਪ ਓਪਰਚੁਨਿਟੀਜ਼ ਪ੍ਰੋਵਾਈਡ ਕੀਤੀਆਂ ਜਾਣ. ਗ੍ਰੈਜੂਏਸ਼ਨ ਜਿਹੜੇ ਸਟੂਡੈਂਟਸ ਨੇ ਗ੍ਰੈਜੂਏਸ਼ਨ ਕਰ ਲਈ ਉਹਨਾਂ ਨੂੰ ਕਿਹਦੇ ਰਾਹੀਂ? NAPS ਦੇ ਰਾਹੀਂ. The program aims to enhance the employability of Indian youth by providing on-the-job work exposure and earning of stipend. Means ਕੀ ਹੈ ਕਿ ਉਹਨਾਂ ਨੂੰ ਪੈਸੇ ਵੀ ਮਿਲਣ, ਠੀਕ ਹੈ, ਅਤੇ ਉਹਨਾਂ ਨੂੰ ਜੋਬ ਦਾ ਐਕਸਪੋਜਰ ਵੀ ਮਿਲ ਜੇ. ਸੋ ਇਹਦੇ ਓਬਜੈਕਟਿਵਸ ਕੀ ਹੈ? ਟੂ ਇੰਪਰੂਵ employability of students by introducing employment relevance into the learning process of higher education system, to forge a close functional relation between education and industry, that is service sectors on sustainable basis,
थर्ड इज़ टू प्रोवाइड स्किल विच आर इन डिमांड टू द स्टूडेंट इन अ डायनेमिक मैनर। मतलब मेन काम की है कि ਜਿਹੜੇ ਗ੍ਰੈਜੂਏਟਸ हैं ਉਹਨਾਂ ਨੂੰ ਇੰਨੇ ਕੁ ਕਾਬਿਲ ਬਣਾ ਦੇਣਾ ਕਿ ਉਹ ਜੋਬ ਅੱਛੇ ਤਰੀਕੇ ਨਾਲ ਲੱਭ ਸਕਣ, ਉਹਨਾਂ ਵਿੱਚ ਸਕਿੱਲ ਡਿਵੈਲਪ ਕਰਾ ਦੇਣਾ। ਅਗਰ ਬੰਦੇ 'ਚ ਸਕਿੱਲ ਹੈ ਨਾ ਤਾਂ ਉਹ ਆਪਣੀ ਲਾਈਫ ਦੇ ਵਿੱਚ ਕਦੇ ਭੁੱਖਾ ਨਹੀਂ ਮਰਦਾ, ਕੋਈ ਨਾ ਕੋਈ ਚੀਜ਼ ਕਰਕੇ ਉਹ ਜ਼ਰੂਰ ਕਮਾ ਲੂਗਾ। ਠੀਕ ਹੈ, ਸੋ ਮੇਨ ਜਿਹੜਾ ਮਕਸਦ ਹੈ ਇਸ ਸਕੀਮ ਦਾ ਇਹੀ ਹੈ ਕਿ ਸਕਿੱਲ ਡਿਵੈਲਪਮੈਂਟ ਕਰਨੀ ਯੂਥ ਦੇ ਵਿੱਚ ਜਿਹੜੇ ਗ੍ਰੈਜੂਏਟਸ ਹੈ। ਓਕੇ, ਦੈਨ ਟੂ ਐਸਟੈਬਲਿਸ਼ ਅਰਨ ਵਾਈਲ ਯੂ ਲਰਨ, ਕਿ ਜਦੋਂ ਸਿੱਖ ਰਹੇ ਨੇ ਉਸ ਦੌਰਾਨ ਹੀ ਉਹ ਕਮਾਉਣ ਵੀ ਲੱਗ ਜਾਣ। ਠੀਕ ਹੈ, ਇਹ ਚੀਜ਼ ਨੂੰ ਹਾਇਰ ਐਜੂਕੇਸ਼ਨ ਸਿਸਟਮ ਦੇ ਵਿੱਚ ਐਸਟੈਬਲਿਸ਼ ਕਰਨਾ। to help business industry in securing good quality manpower, to link student community with employment facilitating efforts of the government। बस ये ऑब्जेक्टिव्स थोड़े जे पढ़ लियो। ओके, मेन पता होना चाहिए भी ये स्कीम किहड़ी चीज़ नाल रिलेटेड है। ਉਹ ਤੋਂ ਬਾਅਦ ਨੈਕਸਟ ਹੈ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ, ਦੈਟ ਇਜ਼ ਰੂਸਾ। ਹੁਣ ਜਿਹੜੀ ਇਹ ਰੂਸਾ ਹੈ ਇਹਨੂੰ ਨੈਸ਼ਨਲ ਹਾਇਰ ਐਜੂਕੇਸ਼ਨ ਮਿਸ਼ਨ ਵੀ ਬੋਲਦੇ ਆ। ਇਹ ਬੇਸਿਕਲੀ ਸਕੀਮ ਹੈ ਆਫ ਡਿਵੈਲਪਮੈਂਟ ਫॉर ਹਾਇਰ ਐਜੂਕੇਸ਼ਨ ਇਨ ਇੰਡੀਆ, ਜਿਹਨੂੰ ਕਿ 2013 ਦੇ ਵਿੱਚ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਦੈਟ ਇਜ਼ ਗਵਰਨਮੈਂਟ ਆਫ ਇੰਡੀਆ ਦੁਆਰਾ ਲਾਂਚ ਕੀਤਾ ਗਿਆ। The central sponsored scheme aims at providing strategic funding to higher education institutions throughout the country। ਇਸ ਸਕੀਮ ਦੇ ਵਿੱਚ ਜਿੰਨੇ ਵੀ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਫੰਡਿੰਗ ਦਿੱਤੀ ਜਾਂਦੀ ਹੈ। Funding is provided by central ministry through the state government and union territories, which in coordination with central project appraisal board will monitor the academic, administrative and financial advancements taken under the schemes। ठीक है, बेसिकली फंडिंग प्रोवाइड की जाती है हायर एजुकेशन इंस्टीट्यूशनस दे नूं इस स्कीम दे राही। हुण अगर आप ये ऑब्जेक्टिव्स की गल करिए तो किहड़े-किहड़े ऑब्जेक्टिव्स हैं? improve the overall quality of existing state institutions by ensuring that all institutions conform to prescribed norms and standards and adopt accreditation as a mandatory quality assurance framework। कि जिन्ने भी institutions ने उन्हां दी overall quality नूं improve करना। usher transformative reforms in the state higher education institution by creating facilitating institutional structure for planning and monitoring at state level, promoting autonomy in state universities and improving governance in institutions। Next है to ensure academic and examination reforms in higher education institution, academic the examination reforms लेके आने। Then enabling conversion of some of the universities into research universities, कि कुछ universities नू research universities दे विच बदलना at par with the best in the world, कि वो ऐसी universities च आन लग जान ਜਿਹੜੀਆਂ कि best ने पूरे world दे विच। Create opportunities for states to undertake reforms in the affiliation system in order to ensure that the reforms and the resource requirements of affiliated colleges are adequately met। Then ensure adequate availability of quality faculty in higher education institution and ensure capacity building at all levels of employment। Faculty भी अच्छी लेके आनी higher education institutions दे विच। Then create an enabling atmosphere in the higher education institution to devote themselves to research and innovation। देखो तुहानूं पता लग रहा होगा ऑब्जेक्टिव्स तो कि मेन मकसद की है रूसा का, रिफॉर्म्स लैके आने हायर एजुकेशन इंस्टीट्यूशनस दे विच जिहड़ी स्टेट हायर एजुकेशन इंस्टीट्यूशनस ने बेसिकली। ठीक है, ताकि वो अपने आप नूं पूरे वर्ल्ड दे विच शो कर सकन, यानी कि उन्हां दी गिनती जिहड़ी वर्ल्ड दी बेस्ट यूनीवर्सिटीज़ है उन्हां विच आन लग जान। Okay, next is expand the institutional base by creating additional capacity in existing institution and in establishing new institutions in order to achieve enrollment target। Next क्या correct regional imbalance in access to higher education by facilitating access to high quality institution in urban and semi-urban areas, creating opportunities for students from rural areas to get access to better quality institution। ਜਿਹੜੇ रूरल area ਦੇ ਬੱਚੇ ਆ ਉਹਨਾਂ ਨੂੰ ਵੀ ਅੱਛੀ quality ਦੀ education ਮਿਲੇ ਤੇ ਉਹ ਅੱਛੇ ਇੰਸਟੀਟਿਊਸ਼ਨ ਨੂੰ ਅਸੈਸ ਕਰ ਪਾਣ। ਐਂਡ ਸੈਟਿੰਗ ਅਪ ਇੰਸਟੀਟਿਊਸ਼ਨ ਇਨ ਅਨਸਰਵਡ ਐਂਡ ਅਨਰਿਜ਼ਰਵਡ ਏਰੀਆਜ਼, ਤੇ ਜਿਹੜੇ ਅਨਸਰਵਡ ਅਨਰਿਜ਼ਰਵਡ ਏਰੀਆਜ਼ ਹੈ ਉੱਥੇ ਵੀ ਇੰਸਟੀਟਿਊਸ਼ਨਸ ਖੋਲ੍ਹੇ ਜਾਣ। improve equity in higher education by providing adequate opportunities of higher education to SC STs and socially and educationally backward classes। कि हायर एजुकेशन ਦੀ ਜਿਹੜੀ opportunities ਹੈ ਉਹ SC ST
ਸੋਸ਼ਲੀ ਐਂਡ ਐਜੂਕੇਸ਼ਨਲੀ ਜਿਹੜੇ ਬੈਕਵਰਡ ਕਲਾਸਿਸ ਦੇ ਸਟੂਡੈਂਟਸ ਆ ਉਹਨਾਂ ਨੂੰ ਵੀ ਮਿਲਣ, ਇਹਦਾ ਵੀ ਬੰਦੋਬਸਤ ਕੀਤਾ ਜਾਵੇ। ਪ੍ਰਮੋਟ ਇਨਕਲੂਜਨ ਆਫ ਵਿਮਨ, ਮਾਈਨੋਰਿਟੀਜ਼ ਐਂਡ ਡਿਫਰੈਂਟਲੀ ਏਬਲਡ ਪਰਸਨਸ, ਜਿਹੜੇ ਡਿਫਰੈਂਟਲੀ ਏਬਲਡ ਪਰਸਨਸ ਹੈ, ਵਿਮਨ ਹੈ, ਮਾਈਨੋਰਿਟੀਜ਼ ਹੈ, ਠੀਕ ਹੈ, ਉਹਨਾਂ ਦੀ ਵੀ ਇਨਕਲੂਜਨ ਨੂੰ ਪ੍ਰਮੋਟ ਕੀਤਾ ਜਾਵੇ। ਦੇਖੋ ਇਹਦੇ ਵਿੱਚ ਸਮਝਣ ਵਾਲਾ ਕੁਝ ਖਾਸ ਨਹੀਂ ਹੈ, ਮੇਨ ਯਾਦ ਕਰਨਾ ਹੈ, ਠੀਕ ਹੈ। ਇੱਕ ਵਾਰ ਦੇਖ ਲਿਓ ਕਿ ਪੇਪਰ ਦੇ ਵਿੱਚ ਅਗਰ ਆਪਸ਼ਨ ਆਵੇ ਤਾਂ ਤੁਸੀਂ ਉੱਥੇ ਐਲੀਮੀਨੇਸ਼ਨ ਮੈਥਡ ਨਾਲ ਕਰ ਪਾਓ। ਸੋ ਨੈਕਸਟ ਆਪਣੇ ਕੋਲ 4th ਸਕੀਮ ਨਹੀਂ ਬੋਲ ਸਕਦੇ, ਪੋਰਟਲ ਬੋਲ ਸਕਦੇ ਹੋ, ਕੀ ਨਾਮ ਹੈ ਸਵਯਮ। ਇਹਦਾ ਮੇਨ 3 ਪ੍ਰਿੰਸੀਪਲਸ ਹੈ ਪੋਰਟਲ ਦੇ, ਕਿਹੜੇ ਅਸੈਸ, ਇਕੁਇਟੀ ਐਂਡ ਕੁਆਲਿਟੀ। ਇਹਦਾ ਮੇਨ ਆਬਜੈਕਟਿਵ ਕੀ ਹੈ ਕਿ ਜਿਹੜੀ ਬੈਸਟ ਟੀਚਿੰਗ ਲਰਨਿੰਗ ਰਿਸੋਰਸਿਸ ਹੈ ਉਹ ਸਾਰਿਆਂ ਨੂੰ ਪ੍ਰੋਵਾਈਡ ਕਰਵਾਉਣਾ, ਇਨਕਲੂਡਿੰਗ ਦ ਮੋਸਟ ਡਿਸਐਡਵਾਂਟੇਜਡ। ਹੁਣ ਦੇਖੋ ਜਿਨ੍ਹਾਂ ਕੋਲ ਬਹੁਤ ਸਾਰੇ ਪੈਸੇ ਹੁੰਦੇ ਹੈ ਉਹ ਅੱਛੀ ਤੋਂ ਅੱਛੀ ਕੋਚਿੰਗ ਅਫੋਰਡ ਕਰ ਸਕਦੇ ਹੈ, ਬਟ ਅਗਰ ਕਿਸੇ ਕੋਲ ਇੰਨੇ ਪੈਸੇ ਨਹੀਂ ਹੈ, ਉਹ ਆਪਣੇ ਘਰ ਦਾ ਗੁਜ਼ਾਰਾ ਵੀ ਬਹੁਤ ਮੁਸ਼ਕਿਲ ਨਾਲ ਕਰ ਰਿਹਾ, ਤਾਂ ਆਪਣੇ ਬੱਚਿਆਂ ਨੂੰ ਲੱਖ 2-2 ਲੱਖ ਦੀ ਫੀ ਡਿਪੋਜ਼ਿਟ ਕਰਵਾ ਕੇ ਕੋਚਿੰਗ ਕਿਵੇਂ ਦਿਲਵਾ ਸਕਦੇ ਆ। ਸੋ ਜਿਹੜਾ ਸਵਯਮ ਪਲੈਟਫਾਰਮ ਹੈ ਬੇਸਿਕਲੀ ਉਹ ਤਾਂ ਹੀ ਬਣਾਇਆ ਗਿਆ ਹੈ ਕਿ ਜਿਹੜੀ ਬੈਸਟ ਟੂ ਬੈਸਟ ਐਜੂਕੇਸ਼ਨ ਫੈਸਿਲਿਟੀਜ਼ ਹੈ ਉਹ ਗਰੀਬ ਤੋਂ ਗਰੀਬ ਬੱਚੇ ਨੂੰ ਵੀ ਪ੍ਰੋਵਾਈਡ ਕਰਵਾਈਆਂ ਜਾ ਸਕਣ ਫ੍ਰੀ ਆਫ ਕਾਸਟ, ਠੀਕ ਹੈ। ਇਹ ਔਨਲਾਈਨ ਪਲੈਟਫਾਰਮ ਹੈ ਬੇਸਿਕਲੀ, ਯਾਦ ਰੱਖਿਓ। ਉਹ ਤੋਂ ਬਾਅਦ ਨੈਕਸਟ ਹੈ ਅੱਜ ਦੀ ਲਾਸਟ ਸਕੀਮ, ਐਜੂਕੇਸ਼ਨ ਕੁਆਲਿਟੀ ਅਪਗ੍ਰੇਸ਼ਨ ਐਂਡ ਇਨਕਲੂਜਨ ਪ੍ਰੋਗਰਾਮ ਇਕੁਇਪ। The Department of Higher Education of HRD Ministry has finalized and released a 5-year vision plan ਜਿਹਦਾ ਨਾਮ ਕੀ ਹੈ Education Quality Upgradation and Inclusion Program, that is EQUIP। EQUIP ਦੀ ਫੁੱਲ ਫਾਰਮ ਯਾਦ ਰੱਖਿਓ, ਕਾਫੀ ਇੰਪੋਰਟੈਂਟ ਹੈ। ਅਗਰ ਆਪਾਂ ਇਹਦੇ ਗੋਲਸ ਦੀ ਗੱਲ ਕਰੀਏ ਤਾਂ ਕੀ ਗੋਲਸ ਹੈ, ਡਬਲ ਦ ਗ੍ਰੋਸ ਇਨਰੋਲਮੈਂਟ ਰੇਸ਼ੋ ਇਨ ਹਾਇਰ ਐਜੂਕੇਸ਼ਨ and resolve geographically and socially skewed access to higher education institution in India, then upgrade the quality of education to global standards। ਜਿਵੇਂ ਕਿ ਆਪਾਂ ਨੇ ਰੂਸਾ ਦੇ ਵਿੱਚ ਪੜ੍ਹਿਆ ਸੀ ਕਿ ਫੰਡਿੰਗ ਪ੍ਰੋਵਾਈਡ ਕਰਨੀ ਤਾਂ ਕਿ ਜਿਹੜੇ ਸਟੇਟ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਉਹ ਬੈਸਟ ਟੂ ਬੈਸਟ ਬਣ ਸਕਣ। ਇਕੁਇਪ ਵੀ ਕਿਤੇ ਨਾ ਕਿਤੇ ਉਹੀ ਚੀਜ਼ ਨਾਲ ਰਿਲੇਟਡ ਹੈ। ਇਹਦੇ ਵਿੱਚ ਫੰਡਿੰਗ ਦੀ ਨਹੀਂ ਗੱਲ ਕੀਤੀ ਗਈ, ਬੇਸਿਕਲੀ ਜਿਹੜਾ ਇਕੁਇਪ ਹੈ ਉਹ 5-year ਵਿਜ਼ਨ ਪਲਾਨ ਹੈ, ਠੀਕ ਹੈ, ਕਿ ਕਿਵੇਂ ਆਪਾਂ ਐਜੂਕੇਸ਼ਨ ਨੂੰ ਜਾਂ ਐਜੂਕੇਸ਼ਨ ਫੈਸਿਲਿਟੀਜ਼ ਹੈ ਉਹਨਾਂ ਨੂੰ ਇੰਪਰੂਵ ਕਰ ਸਕਦੇ ਹਾਂ। ਅਪਗ੍ਰੇਡ ਦ ਕੁਆਲਿਟੀ ਆਫ ਐਜੂਕੇਸ਼ਨ ਟੂ ਗਲੋਬਲ ਸਟੈਂਡਰਡਸ ਤੱਕ ਐਜੂਕੇਸ਼ਨ ਦੀ ਕੁਆਲਿਟੀ ਨੂੰ ਇਨਕਰੀਜ਼ ਕਰਨਾ। ਦੈਨ ਪੋਜੀਸ਼ਨ ਐਟਲੀਸਟ 50 ਇੰਡੀਅਨ ਇੰਸਟੀਟਿਊਸ਼ਨ ਅਮੰਗ ਟੌਪ 1000 ਗਲੋਬਲ ਯੂਨੀਵਰਸਿਟੀਜ਼। ਜਿਹੜੀਆਂ ਟੌਪ 1000 ਗਲੋਬਲ ਯੂਨੀਵਰਸਿਟੀਜ਼ ਹੈ ਇੰਡੀਆ ਦੀਆਂ, ਐਟਲੀਸਟ 50 ਯੂਨੀਵਰਸਿਟੀਜ਼ ਉਹਦੇ ਵਿੱਚ ਆਉਣ, ਐਸੀ ਫੈਸਿਲਿਟੀਜ਼ ਪ੍ਰੋਵਾਈਡ ਕਰਨਾ। ਇੰਟਰੋਡਿਊਸ ਗਵਰਨੈਂਸ ਰਿਫੋਰਮਸ ਇਨ ਹਾਇਰ ਐਜੂਕੇਸ਼ਨ ਫॉर ਵੈਲ ਐਡਮਿਨਿਸਟਰਡ ਕੈਂਪਸ ਦੇ ਵਿੱਚ ਐਡਮਿਨਿਸਟ੍ਰੇਸ਼ਨ ਵੀ ਪ੍ਰੋਪਰ ਤਰੀਕੇ ਨਾਲ ਹੋਵੇ, ਉਹਦੇ ਲਈ ਅੱਛੇ ਤੋਂ ਅੱਛੇ ਰਿਫੋਰਮਸ ਲੈ ਕੇ ਆਉਣਾ। ਦੈਨ ਐਕਰੀਡੇਸ਼ਨ ਆਫ ਆਲ ਇੰਸਟੀਟਿਊਸ਼ਨ ਐਜ਼ ਐਨ ਐਸ਼ੋਰੈਂਸ ਆਫ ਕੁਆਲਿਟੀ। ਜਿਹੜੇ ਵੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈ ਉਹਨਾਂ ਦੀ ਪ੍ਰੋਪਰ ਐਕਰੀਡੇਸ਼ਨ ਕਰਨਾ ਤਾਂ ਕਿ ਉਹ ਇੱਕ ਕੁਆਲਿਟੀ ਦਾ ਟੈਗ ਬਣ ਜਾਣ। Okay, then promote research and innovation ecosystems for positioning India in top 3 countries in the world in matter of knowledge creation। ਉਹੀ ਕਿ ਰਿਸਰਚ ਤੇ ਇਨੋਵੇਸ਼ਨ ਇਕੋਸਿਸਟਮ ਨੂੰ ਇੱਥੇ ਤੱਕ ਪ੍ਰਮੋਟ ਕਰਨਾ ਤਾਂ ਕਿ ਜਿਹੜਾ ਇੰਡੀਆ ਹੈ ਉਹ ਵਰਲਡ ਦੇ ਟੌਪ 3 ਕੰਟਰੀਜ਼ ਦੇ ਵਿੱਚ ਆਏ ਇਨ ਟਰਮਸ ਆਫ ਮੈਟਰ ਆਫ ਨੌਲੇਜ। ਓਕੇ, ਦੈਨ ਡਬਲ ਦ employability of students passing out of higher education। ਜਿਹੜੇ ਵੀ ਸਟੂਡੈਂਟਸ ਹਾਇਰ ਐਜੂਕੇਸ਼ਨ ਤੋਂ ਬਾਅਦ ਪਾਸ ਹੋ ਕੇ ਨਿਕਲਦੇ ਨੇ ਉਹਨਾਂ ਨੂੰ ਅੱਛੀ ਓਪਰਚੁਨਿਟੀਜ਼, ਇੰਪਲੋਇਮੈਂਟ ਓਪਰਚੁਨਿਟੀਜ਼ ਮਿਲਣਾ। ਸੋ ਨੈਕਸਟ ਹੈ ਹਾਰਨੈਸ ਐਜੂਕੇਸ਼ਨ ਟੈਕਨੋਲੋਜੀ ਫॉर ਐਕਸਪੈਂਡਿੰਗ ਦ ਰੀਚ ਐਂਡ ਇੰਪਰੂਵਿੰਗ ਪੈਡਾਗੋਗੀ। ਦੈਨ ਪ੍ਰਮੋਟ ਇੰਡੀਆ ਐਜ਼ ਅ ਗਲੋਬਲ ਸਟੱਡੀ ਡੈਸਟੀਨੇਸ਼ਨ, ਕਿ ਫੋਰਨ ਤੋਂ ਸਟੂਡੈਂਟਸ ਵੀ ਇੰਡੀਆ ਦੇ ਵਿੱਚ ਪੜ੍ਹਨ ਆਉਣ, ਠੀਕ ਹੈ। ਸੋ ਇੰਡੀਆ ਨੂੰ ਇੱਕ ਗਲੋਬਲ ਸਟੱਡੀ ਡੈਸਟੀਨੇਸ਼ਨ ਬਣਾਉਣਾ। ਦੈਨ ਅਚੀਵ ਅ ਕੁਆਂਟਮ ਇਨਕਰੀਜ਼ ਇਨ ਇਨਵੈਸਟਮੈਂਟ ਇਨ ਹਾਇਰ ਐਜੂਕੇਸ਼ਨ। ਓਕੇ, ਸੋ ਇਹਦੇ ਮੇਨ ਗੋਲਸ ਇਹ ਨੇ, ਤੁਸੀਂ ਇਹਨਾਂ ਨੂੰ ਇੱਕ ਵਾਰ ਪੜ੍ਹ ਲਿਓ। ਸੋ ਅੱਜ ਦੇ ਲੈਕਚਰ 'ਚ ਵੀ ਆਪਾਂ ਨੇ 5 ਸਕੀਮਸ ਪੜ੍ਹੀਆਂ। ਓਕੇ, ਸਕੀਮਸ ਦੇ ਵਿੱਚ ਮੇਨ ਤੁਸੀਂ ਉਹਦੀ ਫੁੱਲ ਫਾਰਮ, ਆਬਜੈਕਟਿਵ ਜਾਂ ਕਈਆਂ ਦੇ ਵਿੱਚ ਮਿਨਿਸਟਰੀ ਯਾਦ ਰੱਖਣੀ ਵੀ ਕਿਹੜੀ ਮਿਨਿਸਟਰੀ ਨੇ ਲਾਂਚ ਕੀਤਾ, ਉਹ ਇੰਪੋਰਟੈਂਟ ਚੀਜ਼ਾਂ ਨੇ। ਜਿਹੜੇ ਆਬਜੈਕਟਿਵ ਗੋਲਸ ਹੈ ਉਹਨਾਂ ਨੂੰ ਜਸਟ ਇੱਕ ਵਾਰ ਰੀਡ ਕਰ ਲਿਆ ਕਰੋ ਤਾਂ ਕਿ ਪੇਪਰ ਦੇ ਵਿੱਚ ਤੁਹਾਨੂੰ ਸਟਰਾਈਕ ਹੋ ਜਾਏ ਉੱਥੇ ਜਾ ਕੇ, ਕਿਉਂਕਿ MCQs ਆਉਂਦੇ ਆ ਅਤੇ ਆਪਣੇ ਕੋਲ ਸਟੇਟਮੈਂਟਸ ਉੱਥੇ ਗਿਵਨ ਹੁੰਦੀਆਂ ਹੀ ਨੇ। ਜਸਟ ਆਪਾਂ ਐਲੀਮੀਨੇਸ਼ਨ ਮੈਥਡ ਨਾਲ ਵੀ ਕੁਐਸਚਨ ਸੋਲਵ ਕਰ ਸਕਦੇ ਹਾਂ। ਓਕੇ, ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਮਿਲਦੇ ਨੈਕਸਟ ਲੈਕਚਰ ਦੇ ਵਿੱਚ। ਬੀ ਸੇਫ, ਹੈਵ ਅ ਨਾਈਸ ਡੇ, ਥੈਂਕ ਯੂ ਸੋ ਮਚ।